ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਅਗਮ ਅਗਾਧ ਪਾਰ ਬ੍ਰਹਮ ਸੋਏ, ਜੋ ਜੋ ਕਹੈ ਸੋ ਮੁਕਤਾ ਹੋਏ। ਸੁਨ ਮੀਤਾ ਨਾਨਕ ਬਿਨਵੰਤਾ, ਸਾਧ ਜਨਾ ਕੀ ਅਚਰਜ ਕਥਾ। ਪਰਮ ਸਨਮਾਨਯੋਗ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਦਸ਼ਾਹ ਬਹਾਦਰ ਸ਼ਾਹ ਦਾ ਡੇਰਾ ਗੁਰੂ ਜੀ ਦੇ ਨੇੜੇ ਹੀ ਸੀ। ਬਾਦਸ਼ਾਹ ਦੇ ਨਾਲ ਹਜ਼ਾਰਾਂ ਛੋਟੇ ਵੱਡੇ ਰਾਜੇ ਸਨ। ਸਤਿਗੁਰੂ ਜੀ ਕਈ ਵਾਰੀ ਸ਼ਿਕਾਰ ਖੇਡਣ ਜਾਂਦੇ ਸਨ, ਜਿੱਥੇ ਗੋਦਾਵਰੀ ਨਦੀ ਦਾ ਪਰਲਾ ਕਿਨਾਰਾ ਸੀ। ਉਸ ਦਾ ਨਾਮ ਸ਼ਿਕਾਰ ਘਾਟ ਪੈ ਗਿਆ। ਉਹ ਗੁਰੂ ਜੀ ਦੇ ਸ਼ਿਕਾਰ ਖੇਡਣ ਦਾ ਆਉਣ ਜਾਣ ਦਾ ਮਾਰਗ ਸੀ। ਗੁਰੂ ਜੀ ਜੰਗਲ ਵਿੱਚ ਫਿਰ ਕੇ ਬਹੁਤ ਹਿਰਨਾਂ ਨੂੰ ਮਾਰ ਕੇ ਉਹਨਾਂ ਦਾ ਉਧਾਰ ਕਰਦੇ ਸਨ। ਗੁਰੂ ਜੀ ਭਲੀ ਪ੍ਰਕਾਰ ਖੱਤਰੀ ਧਰਮ ਦਾ ਨਿਰਵਾਹ ਕਰਦੇ ਸਨ। ਗੁਰੂ ਜੀ ਦੇ ਤੀਰਾਂ ਦੀ ਤਾਰੀਫ ਆਪਣੇ ਕੰਨਾਂ ਨਾਲ ਸੁਣ ਕੇ ਕਈ ਸੱਯਦ, ਮੁਗਲ ਅਤੇ ਪਠਾਨ ਗੁਰੂ ਜੀ ਦੇ ਦਰਸ਼ਨਾਂ ਵਾਸਤੇ ਆਉਂਦੇ ਸਨ। ਸ਼੍ਰੀ ਅਨੰਦਪੁਰ ਸਾਹਿਬ ਅਤੇ ਸ਼੍ਰੀ ਚਮਕੌਰ ਸਾਹਿਬ ਵਿੱਚ ਹਜ਼ਾਰਾਂ ਸੂਰਬੀਰ ਜਿਸ ਧਨੁਖ ਬਾਣ ਨਾਲ ਮਾਰੇ ਸਨ। ਗੁਰੂ ਜੀ ਦਾ ਇੱਕ ਤੀਰ ਬਹੁਤ ਮਨੁੱਖਾਂ ਨੂੰ ਵਿੰਨ੍ਹ ਕੇ ਪਾਰ ਹੋ ਜਾਂਦਾ ਸੀ। ਉਹ ਤੁਰੰਤ ਮਰ ਜਾਂਦੇ ਸਨ ਤੇ ਪਾਣੀ ਵੀ ਨਹੀਂ ਸੀ ਮੰਗਦੇ। ਜੰਗ ਵਿੱਚ ਬਾਣ ਲੱਗਦੇ ਸਨ ਤਾਂ ਉਸ ਸਮੇਂ ਉਹ ਚੱਲਦੇ ਦਿਖਾਈ ਦਿੰਦੇ ਸਨ, ਪਰ ਸਤਿਗੁਰੂ ਜੀ ਬਾਣ ਚਲਾਉਂਦੇ ਹੋਏ ਆਪ ਦਿਖਾਈ ਨਹੀਂ ਸੀ ਦਿੰਦੇ। ਇਸ ਕਰਕੇ ਸੂਰਬੀਰ ਆ ਕੇ ਬੇਨਤੀ ਕਰਦੇ ਸਨ, ਸਾਡੇ ਵੇਖਦਿਆਂ ਹੁਣ ਚਲਾਓ। ਉਹਨਾਂ ਸੂਰਬੀਰਾਂ ਦੀ ਬੇਨਤੀ ਅਤੇ ਮਰਜ਼ੀ ਜਾਣ ਕੇ ਗੁਰੂ ਜੀ ਧਨੁਖ ਬਾਣ ਨੂੰ ਖਿੱਚ ਕੇ ਤੀਰ ਛੱਡਦੇ ਸਨ। ਹੱਥ ਵਿੱਚ ਧਨੁਖ ਦੀ ਮੁੱਠੀ ਫੜਨੀ ਤੇ ਚੁਟਕੀ ਨਾਲ 9 ਟੰਕਾਂ ਦੇ ਧਨੁਖ ਨੂੰ ਖਿੱਚਣਾ, ਫੁਰਤੀ ਨਾਲ ਨਿਸ਼ਾਨਾ ਤੱਕ ਕੇ ਤੀਰ ਨੂੰ ਛੱਡਣਾ ਤੇ ਤੀਰ ਦਾ ਅਚੁੱਕ ਜਾ ਕੇ ਨਿਸ਼ਾਨੇ ਉੱਪਰ ਵੱਜਣਾ। ਇਸ ਪ੍ਰਕਾਰ ਭਾਰੀ ਧਨੁਖ ਵਿਦਿਆ ਸਾਰੇ ਸੂਰਬੀਰ ਵੇਖ ਕੇ ਰੀਝ ਜਾਂਦੇ ਸਨ ਤਾਂ ਧੰਨ ਧੰਨ ਕਹਿ ਕੇ ਬੰਦਨਾ ਕਰਦੇ ਸਨ ਤੇ ਆਪਣੇ ਡੇਰਿਆਂ ਵਿੱਚ ਜਾ ਕੇ ਹੋਰਨਾਂ ਨੂੰ ਸੁਣਾਉਂਦੇ ਸਨ। ਸਭ ਵਿੱਚ ਗੁਰੂ ਜੀ ਦੀ ਇਸ ਪ੍ਰਕਾਰ ਮਹਿਮਾ ਫੈਲ ਗਈ। ਬਹੁਤ ਲੋਕ ਵੇਖਦੇ ਸਨ ਤੇ ਕਵੀ ਸੁਣ ਸੁਣ ਕੇ ਕਵਿਤਾਵਾਂ ਜੋੜਦੇ ਸਨ। ਇੱਕ ਦਿਨ ਸਤਿਗੁਰੂ ਜੀ ਗੋਦਾਵਰੀ ਦੇ ਕਿਨਾਰੇ ਬੈਠੇ ਸਨ। ਉਸ ਸਮੇਂ ਉੱਥੇ ਮਨੁੱਖਾਂ ਦੀ ਬਹੁਤ ਭੀੜ ਲੱਗੀ ਹੋਈ ਸੀ। ਉਸ ਸਮੇਂ ਇੱਕ ਸਿੱਖ ਆਇਆ ਤੇ ਉਸਨੇ ਇੱਕ ਨਗੀਨਾ ਭੇਟਾ ਕਰਕੇ ਬੰਦਨਾ ਕੀਤੀ। ਗੁਰੂ ਜੀ ਨੇ ਨਗੀਨੇ ਨੂੰ ਆਪਣੇ ਹੱਥ ਵਿੱਚ ਲੈ ਕੇ ਵੇਖਿਆ। ਫਿਰ ਸਤਿਗੁਰੂ ਜੀ ਨੇ ਉਸ ਨੂੰ ਗੋਦਾਵਰੀ ਨਦੀ ਵਿੱਚ ਸੁੱਟ ਦਿੱਤਾ। ਉਹ ਸਿੱਖ ਬਹੁਤ ਹੈਰਾਨ ਹੋਇਆ ਤੇ ਚਿੱਤ ਵਿੱਚ ਸੋਚਣ ਲੱਗਾ, ਗੁਰੂ ਜੀ ਨੇ ਇਸ ਹੀਰੇ ਦੀ ਕੀਮਤ ਨਹੀਂ ਜਾਣੀ ਹੈ, ਮਾੜਾ ਜਾਣ ਕੇ ਗੋਦਾਵਰੀ ਵਿੱਚ ਸੁੱਟ ਦਿੱਤਾ ਹੈ। ਹੁਣ ਮੇਰਾ ਕੁਝ ਵੀ ਕਹਿਣਾ ਨਹੀਂ ਬਣਦਾ ਹੈ। ਜਦ ਸਤਿਗੁਰੂ ਜੀ ਨੇ ਉਸ ਨੂੰ ਚਿੱਤ ਵਿੱਚ ਪਛਚਾਤਾਪ ਕਰਦਾ ਵੇਖਿਆ ਤਾਂ ਕਿਰਪਾ ਨਿਧਾਨ ਸਤਿਗੁਰੂ ਜੀ ਨੇ ਉਸ ਨੂੰ ਕਿਹਾ, ਜੇ ਤੇਰਾ ਨਗੀਨਾ ਬਹੁਤ ਕੀਮਤੀ ਸੀ ਤਾਂ ਨੇੜੇ ਹੀ ਵੇਖ ਕੇ ਕੱਢ ਲਓ। ਤੁਹਾਡਾ ਨਗੀਨਾ ਬਹੁਤ ਉੱਤਮ ਸੀ, ਇਹ ਅਸੀਂ ਨਹੀਂ ਜਾਣਿਆ ਹੈ। ਤੂੰ ਇਸ ਬਾਰੇ ਦੱਸਿਆ ਨਹੀਂ ਕਿ ਬਹੁਤ ਕੀਮਤੀ ਹੈ। ਇਹ ਸੁਣ ਕੇ ਸਿੱਖ ਨੇ ਬੜੀ ਕਾਹਲੀ ਕੀਤੀ ਤੇ ਕੱਪੜੇ ਉਤਾਰ ਕੇ ਗੋਦਾਵਰੀ ਨਦੀ ਦੇ ਵਿੱਚ ਵੜ ਗਿਆ। ਜਲ ਦੇ ਅੰਦਰ ਜਾ ਕੇ ਜਦ ਉਸਨੇ ਦ੍ਰਿਸ਼ਟੀ ਲਾ ਕੇ ਵੇਖਿਆ ਤਾਂ ਉੱਥੇ ਬਹੁਤ ਨਗੀਨੇ ਪਏ ਹੋਏ ਵੇਖੇ। ਉੱਥੇ ਬਹੁਤ ਹੀਰਿਆਂ ਦੇ ਢੇਰ ਲੱਗੇ ਹੋਏ ਸਨ। ਸਤਿਗੁਰੂ ਜੀ ਦੀ ਮਾਇਆ ਨੂੰ ਵੇਖ ਕੇ ਉਹ ਬਹੁਤ ਹੈਰਾਨ ਹੋਇਆ। ਮੈਂ ਜਿੱਥੇ ਕੀਮਤੀ ਹੀਰੇ ਦਾ ਘਮੰਡ ਕਰਦਾ ਸੀ, ਉੱਥੇ ਸੈਂਕੜੇ ਹੀਰੇ ਜਵਾਹਰਾਤ ਚਮਕ ਰਹੇ ਸਨ। ਸਾਰੇ ਉੱਥੇ ਹੀ ਛੱਡ ਛੇਤੀ ਛੇਤੀ ਨਿਕਲ ਕੇ ਬਾਹਰ ਆਇਆ ਤੇ ਆ ਕੇ ਸਤਿਗੁਰੂ ਜੀ ਦੇ ਚਰਨਾਂ ਉੱਪਰ ਬੰਦਨਾ ਕੀਤੀ। ਸਿੱਖ ਫਿਰ ਕਹਿਣ ਲੱਗਾ, ਮੈਂ ਮੂਰਖ ਨੇ ਤੁਹਾਡੀ ਮਹਿਮਾ ਨਹੀਂ ਜਾਣੀ ਹੈ। ਆਪ ਸਤਿਗੁਰੂ ਜੀ ਤਿੰਨਾਂ ਲੋਕਾਂ ਦੇ ਮਾਲਕ ਹੋ, ਮੇਰੀ ਭੁੱਲ ਬਖਸ਼ ਲਓ, ਤੁਸੀਂ ਬਖਸ਼ਣਹਾਰ ਹੋ। ਇਹ ਸੁਣ ਕੇ ਸਤਿਗੁਰੂ ਜੀ ਨੇ ਮੁਸਕਰਾ ਕੇ ਕਿਹਾ, ਨਿਸ਼ਚਾ ਧਾਰ ਕੇ ਹਰ ਹਰ ਦਾ ਸਿਮਰਨ ਕਰੋ। ਉਸ ਸਮੇਂ ਤੋਂ ਇਸ ਘਾਟ ਦਾ ਨਾਮ ਨਗੀਨਾ ਘਾਟ ਪੈ ਗਿਆ ਹੈ, ਜਿਹੜਾ ਕਿ ਅੱਜ ਕੱਲ੍ਹ ਸ਼੍ਰੀ ਹਜ਼ੂਰ ਸਾਹਿਬ ਵਿੱਚ ਸੁਸ਼ੋਭਿਤ ਹੈ। ਇਸ ਪ੍ਰਕਾਰ ਸਤਿਗੁਰੂ ਜੀ
ਅਨੇਕਾਂ ਪ੍ਰਕਾਰ ਦੇ ਆਨੰਦ ਵਿਲਾਸ ਕਰਦੇ ਸਨ। ਫਿਰ ਇੱਕ ਦਿਨ ਗੁਰੂ ਜੀ ਦੀਵਾਨ ਵਿੱਚ ਬੈਠੇ ਸਨ। ਉਸ ਸਮੇਂ ਇੱਕ ਬਹੁਤ ਅਮੀਰ ਪਠਾਨ ਆਇਆ। ਉਹ ਹੱਥ ਜੋੜ ਕੇ ਬੰਦਨਾ ਕਰਕੇ ਬੈਠ ਗਿਆ। ਸਤਿਗੁਰੂ ਜੀ ਦੀ ਇੱਕ ਖਾਸ ਹੱਥ ਲਿਖਤ ਉਸਨੇ ਕੱਢ ਕੇ ਗੁਰੂ ਜੀ ਦੇ ਅੱਗੇ ਰੱਖ ਦਿੱਤੀ। ਉਹ ਕਹਿਣ ਲੱਗਾ, 11,000 ਲਿਖਿਆ ਹੋਇਆ ਜਾਣੋ, ਇੱਕ ਘੋੜੇ ਦਾ ਮੁੱਲ ਪਹਿਚਾਣੋ। ਆਪ ਜੀ ਨੂੰ ਬਹੁਤ ਜੰਗ ਲੜਨੇ ਪਏ ਹਨ, ਇਸ ਕਰਕੇ ਅਸੀਂ ਨਹੀਂ ਆਏ ਹਾਂ ਤੇ ਹੁਣ ਤੱਕ ਧਨ ਨਹੀਂ ਲਿਆ ਹੈ। ਇਸ ਪ੍ਰਕਾਰ ਮਾਲਕ ਬਹੁਤ ਲੰਮਾ ਸਮਾਂ ਬੀਤ ਗਿਆ ਹੈ। ਆਪ ਜੀ ਦੇ ਹੱਥ ਦੀ ਇਹ ਨਿਸ਼ਾਨੀ ਪਈ ਹੈ। ਸ਼੍ਰੀ ਅਨੰਦਪੁਰ ਸਾਹਿਬ ਵਿੱਚ ਆਪ ਜੀ ਨੇ ਘੋੜੇ ਲਏ ਸਨ। ਉਸ ਸਮੇਂ ਤੋਂ ਬਾਅਦ ਮੈਂ ਅੱਜ ਤੁਹਾਨੂੰ ਇਹ ਤੁਹਾਡੀ ਹੱਥ ਲਿਖਤ ਵਿਖਾਈ ਹੈ। ਮੈਂ ਧਨ ਲੈਣ ਦਾ ਉਮੀਦਵਾਰ ਹਾਂ, ਪਹਿਲਾਂ ਮੇਰਾ ਆਉਣਾ ਨਹੀਂ ਹੋਇਆ ਹੈ। ਇਹ ਸੁਣ ਕੇ ਸਤਿਗੁਰੂ ਜੀ ਨੇ ਮੁਖ ਤੋਂ ਉਚਾਰਨ ਕੀਤਾ, ਠੀਕ ਹੀ, ਤੂੰ ਇੰਨਾ ਧਨ ਲੈਣਾ ਹੈ। ਸਾਨੂੰ ਘੋੜਿਆਂ ਦਾ ਮੁੱਲ ਯਾਦ ਹੈ, ਫਿਰ ਵੀ ਤੂੰ ਬਹੁਤ ਆਲਸ ਕੀਤਾ ਹੈ। ਧਨ ਲੈਣ ਵਾਸਤੇ ਇੱਧਰ ਨਹੀਂ ਆਇਆ ਹੈ, ਹੋਰ ਕਾਰਜਾਂ ਵਿੱਚ ਭਰਮਿਆ ਰਿਹਾ ਹੈ। ਹੁਣ ਵੀ ਜੇ ਇੱਕ ਥਾਂ 'ਤੇ ਤੈਨੂੰ ਧਨ ਲਿਖ ਦਈਏ ਤਾਂ ਜਿੱਥੇ ਵੀ ਜਾਵਾਂਗੇ ਉੱਥੇ ਹੀ ਤੈਨੂੰ ਧਨ ਪ੍ਰਾਪਤ ਹੋ ਜਾਏਗਾ। ਜੇ ਹਿਰਦੇ ਵਿੱਚ ਭਾਰੀ ਨਿਸ਼ਚਾ ਧਾਰਨ ਕੀਤਾ ਹੈ ਤਾਂ ਸਾਡੇ ਤੋਂ 30 ਸਾਲ ਬਾਅਦ ਫਿਰ ਝੰਡੇ ਅਤੇ ਨਗਾਰੇ ਪ੍ਰਗਟ ਹੋਣਗੇ ਤੇ ਪੰਥ ਖਾਲਸਾ ਭਾਰੀ ਬਲਵਾਨ ਹੋ ਜਾਏਗਾ। ਅਸੀਂ ਯੁੱਧ ਕਰਕੇ ਧਰਤੀ ਦਾ ਰਾਜ ਲਵਾਂਗੇ ਤੇ ਵੈਰੀ ਦੇ ਨਾਲ ਸੰਘਰਸ਼ ਵਿੱਚ ਭੇੜ ਕਰਾਂਗੇ। ਤਦ ਸਿੰਘਾਂ ਵਿੱਚ ਜਿਹੜਾ ਸਰਦਾਰ ਹੋਵੇਗਾ ਉਹ ਦੇਗ ਦਾ ਮਹਾਨ ਧਨੀ ਹੋਵੇਗਾ। ਉਸ ਨੂੰ ਇਹੋ ਲਿਖਤ ਵਿਖਾਓ ਤੇ ਵਿਆਜ ਸਹਿਤ ਧਨ ਪ੍ਰਾਪਤ ਕਰੋ। ਇਹ ਸੁਣ ਕੇ ਪਠਾਨ ਨੇ ਹੱਥ ਜੋੜ ਕੇ ਕਿਹਾ, ਵਿਆਜ ਲੈਣਾ ਸਾਡਾ ਈਮਾਨ ਨਹੀਂ ਹੈ। ਆਪ ਜੀ ਦੀ ਆਗਿਆ ਅਸੀਂ ਮੋੜਦੇ ਨਹੀਂ ਹਾਂ। ਜਿਹੜਾ ਘੋੜਿਆਂ ਦਾ ਮੁੱਲ ਹੈ ਕੇਵਲ ਉਹੀ ਸਾਨੂੰ ਚਾਹੀਦਾ ਹੈ। ਸਤਿਗੁਰੂ ਜੀ ਪ੍ਰਸੰਨ ਹੋ ਗਏ ਤੇ ਫਿਰ ਕਹਿਣ ਲੱਗੇ, ਸ਼ਾਬਾਸ਼ ਸ਼ਾਬਾਸ਼, ਤੇਰਾ ਈਮਾਨ ਮਹਾਨ ਹੈ। ਇਹ ਜਿਹੜਾ ਸਾਡਾ ਲਿਖਿਆ ਹੋਇਆ ਕਾਗਜ਼ ਹੈ, ਇਸ ਨੂੰ ਸਭ ਸਿੰਘ ਸਰਦਾਰ ਮੰਨਣਗੇ। ਦੂਣਾ ਚੌਣਾ 10 ਗੁਣਾ ਧਨ ਤੂੰ ਉਸ ਸਮੇਂ ਲਵੇਂਗਾ। ਆਪਣੇ ਮਨ ਨੂੰ ਸਥਿਰ ਰੱਖ, ਤੇਰੀ ਸੰਤਾਨ ਦਾ ਵੱਡਾ ਗੁਜ਼ਾਰਾ ਚੱਲੇਗਾ ਤੇ ਸੰਸਾਰ ਰਹਿਤ ਹੋ ਕੇ ਭਾਰੀ ਸੁੱਖ ਪ੍ਰਾਪਤ ਕਰਨਗੇ। ਇਹ ਸੁਣ ਕੇ ਪਠਾਨ ਨੇ ਗੁਰੂ ਜੀ ਦੇ ਚਰਨਾਂ ਉੱਪਰ ਮੱਥਾ ਟੇਕਿਆ ਤੇ ਹੱਥ ਜੋੜ ਕੇ ਰੁਖਸਤ ਹੋ ਗਿਆ। ਜਦ ਭਾਰੀ ਖਾਲਸਾ ਪ੍ਰਗਟ ਹੋਇਆ, ਵੈਰੀ ਨੂੰ ਮਾਰ ਕੇ ਖਾਲਸੇ ਨੇ ਰਾਜ ਲੈ ਲਿਆ। ਤਦ ਉਹ ਪਠਾਨ ਸਰਦਾਰਾਂ ਦੇ ਪਾਸ ਗਿਆ ਤਾਂ ਬਹੁਤ ਧਨ ਸੁੱਖ ਨਾਲ ਹੀ ਪ੍ਰਾਪਤ ਹੋ ਗਿਆ। ਉਸ ਦੀ ਸੰਤਾਨ ਵਿਸ਼ਾਲ ਧਨਵਾਨ ਹੋ ਗਈ। ਸਾਰੇ ਸਿੰਘਾਂ ਨੇ ਉਸ ਨੂੰ ਬਹੁਤ ਆਦਰ ਦਿੱਤਾ। ਇਸ ਪ੍ਰਕਾਰ ਸਤਿਗੁਰੂ ਜੀ ਨੇ ਦਿਨ ਬਤੀਤ ਕੀਤੇ। ਫਿਰ ਸੱਚਖੰਡ ਜਾਣ ਦਾ ਸਮਾਂ ਨੇੜੇ ਆ ਗਿਆ। ਇੱਕ ਉਦਾਸੀ ਸਾਧੂਆਂ ਦੀ ਜਮਾਤ ਆਈ ਸੀ। ਉਹ ਦਰਸ਼ਨ ਕਰਕੇ ਬੰਦਨਾ ਕਰਕੇ ਪਾਸ ਹੀ ਰਹਿੰਦੇ ਸਨ। ਉਹ ਹਮੇਸ਼ਾ ਕੜਾ ਪ੍ਰਸ਼ਾਦ ਦੀ ਰਸਤ ਲੈਂਦੇ ਸਨ ਤੇ ਸਤਿਗੁਰੂ ਜੀ ਦੇ ਉਪਦੇਸ਼ ਨੂੰ ਯਾਦ ਕਰਦੇ ਸਨ। ਲੰਗਰ ਤਿਆਰ ਹੋ ਕੇ ਜਿਸ ਸਮੇਂ ਵਰਤਦਾ ਸੀ ਉਸ ਸਮੇਂ ਬਹੁਤ ਰੌਲਾ ਪੈਂਦਾ ਸੀ। ਇੱਕ ਦਿਨ ਬਹਾਦਰ ਸ਼ਾਹ ਨੇ ਸੁਣਿਆ ਤਾਂ ਆਪਣੇ ਉਮਰਾਵਾਂ ਵਿੱਚ ਕਿਹਾ, ਇਹ ਕੈਸਾ ਬੜਾ ਉੱਚੀ ਰੌਲਾ ਸੁਣਾਈ ਦੇ ਰਿਹਾ ਹੈ। ਲੱਗਦਾ ਹੈ ਇਹ ਗੁਰੂ ਜੀ ਦੇ ਡੇਰੇ ਵਾਲੇ ਪਾਸੇ ਹੈ। ਖਬਰ ਲੈਣ ਵਾਸਤੇ ਉਸਨੇ ਤੁਰੰਤ ਇੱਕ ਮਨੁੱਖ ਨੂੰ ਭੇਜਿਆ। ਉਹ ਰੌਲੇ ਦੇ ਕਾਰਨ ਬਾਰੇ ਸੁਣ ਕੇ ਵਾਪਸ ਆ ਗਿਆ। ਫਿਰ ਉਸਨੇ ਬਹਾਦਰ ਸ਼ਾਹ ਦੇ ਸਾਹਮਣੇ ਜਾ ਕੇ ਹੱਥ ਜੋੜ ਕੇ ਬੇਨਤੀ ਕੀਤੀ, ਗੁਰੂ ਜੀ ਦਾ ਭਾਰੀ ਲੰਗਰ ਵਰਤ ਰਿਹਾ ਹੈ। ਬਹੁਤ ਖਾਲਸਾ ਲੰਗਰ ਲੈ ਦੇ ਰਿਹਾ ਹੈ। ਆਪਸ ਵਿੱਚ ਬਹੁਤ ਉੱਚੀ ਬੋਲਦੇ ਹਨ। ਕੋਈ ਭੋਜਨ ਮੰਗਦਾ ਹੈ, ਕੋਈ ਠਹਿਰਾਉਂਦਾ ਹੈ, ਕੋਈ ਵਰਜਦਾ ਹੈ, ਕੋਈ ਗੁੱਸੇ ਵਿੱਚ ਆ ਜਾਂਦਾ ਹੈ। ਇਹ ਬਿਰਤਾਂਤ ਸੁਣ ਕੇ ਬਾਦਸ਼ਾਹ ਨੇ ਵਿਚਾਰ ਕੀਤੀ, ਇਹ ਸਾਰਾ ਪੰਥ ਵੱਡੀ ਭੁੱਖ ਸਹਿਤ ਰਹਿੰਦਾ ਹੈ। ਇਸ ਦੇਸ਼ ਵਿੱਚ ਬਹੁਤ ਥੋੜ੍ਹੀ ਆਮਦਨ ਹੈ, ਪਰ ਭੋਜਨ ਖਾਣ ਵਾਲੇ ਬਹੁਤ ਮਨੁੱਖ ਇਕੱਠੇ ਹੋਏ ਹਨ। ਬਾਦਸ਼ਾਹ ਨੇ ਰੋਜ਼ ਦੇ ਲੰਗਰ ਵਾਸਤੇ ਕੁਝ ਧਨ ਮੁਕਰਰ ਕਰ ਦਿੱਤਾ। ਇਹ ਵੀ ਸੁਣਾ ਦਿੱਤਾ ਕਿ ਇਹ ਧਨ ਲੰਗਰ ਵਾਸਤੇ ਦਿੱਤਾ ਹੈ। ਸਤਿਗੁਰੂ ਜੀ ਨੇ ਖਰੀਦ ਕੇ ਬਹੁਤ ਰਸਦ ਮੰਗਵਾਈ ਤੇ ਬਹੁਤ ਕੜਾਹ ਪ੍ਰਸ਼ਾਦ ਤਿਆਰ ਹੋਇਆ। ਲੰਗਰ ਵਰਤਾਉਣ ਸਮੇਂ ਫਿਰ ਬਹੁਤ ਰੌਲਾ ਮਚ ਗਿਆ ਤੇ ਉਹ ਰੌਲਾ ਬਹੁਤ ਦੂਰ ਤੱਕ ਸੁਣਾਈ ਦਿੰਦਾ ਸੀ। ਨਿਤਾ ਪ੍ਰਤੀ ਬਹੁਤ ਧਨ ਆਉਂਦਾ ਸੀ ਤੇ ਉਸ ਤੋਂ ਵੀ ਵੱਧ ਉੱਚੀ ਰੌਲਾ ਪੈਂਦਾ ਸੀ। 8 ਦਿਨਾਂ ਬਾਅਦ ਫਿਰ ਬਾਦਸ਼ਾਹ ਨੇ ਸੁਣਿਆ
ਅਤੇ ਇਹ ਜਾਣਿਆ ਕਿ ਗੁਰੂ ਜੀ ਦਾ ਖਰਚਾ ਬਹੁਤ ਵੱਧ ਗਿਆ ਹੈ, ਉਸਨੇ ਪਹਿਲਾਂ ਨਾਲੋਂ ਵੀ ਜ਼ਿਆਦਾ ਧਨ ਭੇਜਿਆ। ਜਿੰਨਾ ਵੀ ਮਨ ਭਾਉਂਦਾ ਹੈ ਲੰਗਰ ਤਿਆਰ ਕਰੋ। ਬਾਦਸ਼ਾਹ ਜਿਵੇਂ ਜਿਵੇਂ ਜ਼ਿਆਦਾ ਧਨ ਭੇਜਦਾ ਸੀ ਤਿਵੇਂ ਤਿਵੇਂ ਲੰਗਰ ਵਿੱਚ ਰੌਲਾ ਵੱਧਦਾ ਜਾਂਦਾ ਸੀ। ਬਾਦਸ਼ਾਹ ਪਾਸ ਕਿਸੇ ਕਾਰਨ ਭਾਈ ਦਇਆ ਸਿੰਘ ਪਹੁੰਚਿਆ। ਇਹ ਪ੍ਰਸੰਗ ਉਸਨੇ ਕਹਿ ਕੇ ਸੁਣਾਇਆ। ਭੁੱਖੇ ਰਹਿੰਦੇ ਸਮਝ ਕੇ ਅਸੀਂ ਧਨ ਭੇਜਦੇ ਹਾਂ, ਪਰ ਤਿਵੇਂ ਤਿਵੇਂ ਰੌਲਾ ਹੋਰ ਉੱਚੀ ਸੁਣਦੇ ਹਾਂ। ਇਹ ਕੀ ਕਾਰਨ ਹੈ, ਇਹ ਸਾਨੂੰ ਦੱਸ ਦਿਓ। ਭਾਈ ਦਇਆ ਸਿੰਘ ਨੇ ਫਿਰ ਕਹਿ ਕੇ ਸੁਣਾਇਆ, ਪੰਥ ਖਾਲਸੇ ਵਿੱਚ ਵੱਡਾ ਰੌਲਾ ਪੈਣ ਦਾ ਬਚਨ ਸਤਿਗੁਰੂ ਜੀ ਨੇ ਆਪ ਕੀਤਾ ਹੈ। ਉਹ ਹੁਣ ਕਿਸੇ ਪ੍ਰਕਾਰ ਵੀ ਹਟਦਾ ਨਹੀਂ ਹੈ। ਜਦ ਵੀ ਕੁਝ ਵਰਤਾਇਆ ਜਾਂਦਾ ਹੈ ਤਾਂ ਬਹੁਤ ਰੌਲਾ ਪੈਂਦਾ ਹੈ। ਬਹਾਦਰ ਸ਼ਾਹ ਇਹ ਸੁਣ ਕੇ ਬਹੁਤ ਹੈਰਾਨ ਹੋਇਆ। ਇਹ ਜਾਣਿਆ ਕਿ ਗੁਰੂ ਜੀ ਦੇ ਪਾਸ ਸੈਨਾ ਦਾ ਬਹੁਤ ਵੱਡਾ ਦਲ ਹੈ, ਫਿਰ ਵੀ ਬਹਾਦਰ ਸ਼ਾਹ ਬਹੁਤ ਧਨ ਪਹੁੰਚਾਉਂਦਾ ਰਿਹਾ ਤੇ ਵੱਡੇ ਤੋਂ ਵੱਡਾ ਲੰਗਰ ਵਰਤਦਾ ਸੀ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।